ਕਾਰਯੋਗ ਕਿਸਾਨ ਆਗੂਆਂ ਨੂੰ, ਸਤਿਕਾਰਯੋਗ ਡਾਕਟਰ ਸਾਹਿਬਾਨ ਨੂੰ, ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ, ਬੱਸਾਂ ਦੀ ਸੇਵਾ ਕਰਨ ਵਾਲਿਆਂ ਨੂੰ, ਕਲਾਕਾਰਾਂ ਨੂੰ ਤੇ ਹੋਰ ਕਿੰਨੇ ਲੋਕਾਂ ਨੂੰ, ਪੱਤਰਕਾਰਾਂ ਨੂੰ ਉਹਦੇ ਵਿੱਚ ਨੋਟਿਸ ਕੱਢੇ ਧੜਾ ਧੜ ਸਹਿਮ ਫੈਲਾ ਕੇ ਰੱਖ ਦਿੱਤਾ। ਅਸੀਂ ਸਰਕਾਰ ਨਾਲ ਮੀਟਿੰਗ ਕੀਤੀ। ਮੀਟਿੰਗ ਸਭ ਤੋਂ ਪਹਿਲਾਂ ਹੀ ਉਠਾਇਆ, ਸਰਕਾਰ ਨੇ ਉਸ ਤਰ੍ਹਾਂ ਜਿਸ ਤਰ੍ਹਾਂ ਮਕਾਰੀ ਹੁੰਦੀ ਹੈ, ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਕੋਈ ਨਹੀਂ, ਜਦ ਕਿ ਨੋਟਿਸ ਧੜਾ ਧੜ ਜਾਰੀ ਸਨ। ਜੇ ਐਡੇ ਵੱਡੇ ਕਿਸਾਨਾਂ ਨੇ ਮੱਥਾ, ਜਿਹੜੀ ਸਰਕਾਰ ਦਿੱਲੀ ਦੀ ਹੈ ਔਰ ਜਿਹੜੀ ਸਭ ਤੋਂ ਵੱਡੀ ਬਹੁਤ ਸੰਮਤੀ ਦੇ ਨਾਲ ਇੱਕ ਐਡੀ ਹੰਕਾਰੀ ਹੋਈ ਸਰਕਾਰ ਹੈ, ਉਹਦੇ ਖਿਲਾਫ ਮੱਥਾ ਲਾਇਆ, ਤਾਂ ਇਹ ਨੋਟਿਸ ਦਾ ਕੁਝ ਵੀ ਨਹੀਂ। ਐਸਾ ਤੁਸੀਂ ਦੇਖੋ ਕੋਈ ਦਿਨ ਨਹੀਂ ਜਦੋਂ ਭਾਵੇਂ ਡਾਕਟਰ ਹੋਣ, ਵਕੀਲ ਹੋਣ, ਨੌਜਵਾਨ ਹੋਣ, ਵਿਦਿਆਰਥੀ ਹੋਣ, ਆਹ ਭੈਣਾਂ ਬੈਠੀਆਂ ਨੇ ਵੱਡੀ ਗਿਣਤੀ ਦੇ ਵਿੱਚ, ਜਦੋਂ ਇੱਥੇ ਹਾਜ਼ਰ ਨਾ ਹੋਣਾ, ਹਾਜ਼ਰੀ ਨਾ ਲਵਾਉਣ। 45 ਕਿਸਾਨ ਅੱਜ 15 ਜੇਲ੍ਹ ਦੇ ਵਿੱਚੋਂ ਰਿਹਾ ਹੋਣੇ ਨੇ ਰਾਤ ਨੂੰ 10 ਵਜੇ। ਉਹਨਾਂ ਦੇ ਤਹਿਤ 45 ਕਿਸਾਨ ਜਿਹੜੇ ਬਹੁਤ ਹੀ ਗੰਭੀਰ ਧਾਰਾਵਾਂ ਦੇ ਵਿੱਚ ਜੇਲ੍ਹਾਂ 'ਚ ਬੰਦ ਨੇ, ਉਹ ਜੇਲ੍ਹਾਂ 'ਚੋਂ ਬਾਹਰ ਆ ਜਾਣਗੇ। ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ, ਪੰਡਾਲ ਵਿੱਚ ਹਾਜ਼ਰ ਭੈਣੋ ਤੇ ਭਰਾਵੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ 2-3 ਜਾਣਕਾਰੀਆਂ ਸਾਂਝੀ ਕਰਨ ਦੇ ਲਈ ਤੁਹਾਡੇ ਵਿੱਚ ਹਾਜ਼ਰ ਹੋਇਆ। ਬਹੁਤਾ ਲੰਬਾ ਸਮਾਂ ਲੈਣਾ ਨਹੀਂ, 2 ਬੇਨਤੀਆਂ ਸੰਖੇਪ 'ਚ ਕਰਨੀਆਂ ਨੇ। ਇੱਕ ਤਾਂ ਇਹ ਹੈ ਕਿ ਜਦੋਂ ਦਾ ਮੋਰਚਾ ਖੇਤੀ ਕਾਨੂੰਨਾਂ ਦੇ ਖਿਲਾਫ ਇੱਥੇ ਲੱਗਿਆ, ਪਿਛਲੇ 3 ਮਹੀਨਿਆਂ ਤੋਂ 2-3 ਦਿਨ ਤੱਕ ਆਪਾਂ ਨੂੰ 3 ਮਹੀਨੇ ਹੋ ਜਾਣੇ ਨੇ। ਪੰਜਾਬ 'ਚ ਪਹਿਲਾਂ 3 ਮਹੀਨੇ ਲੜੇ ਤੇ 3 ਮਹੀਨੇ ਲੜਾਈ ਇੱਥੇ ਜਾਰੀ ਹੈ। ਪਰ ਸਰਕਾਰ ਉਸ ਵਕਤ ਤੋਂ ਹੀ ਬੜੀ ਯਤਨਸ਼ੀਲ ਹੈ ਕਿ ਇਸ ਮੋਰਚੇ ਨੂੰ ਕਿਤੇ ਨਾ ਕਿਤੇ ਭੜਕਾ ਦਿੱਤਾ ਜਾਵੇ। ਬੜੀਆਂ ਕੋਸ਼ਿਸ਼ਾਂ ਕੀਤੀਆਂ, ਕੁਝੀਆਂ ਚਾਲਾਂ ਚੱਲੀਆਂ ਹੁਣ ਤੱਕ ਕਿ ਮੁੱਦੇ ਤੋਂ ਭਟਕ ਜਾਣ, ਕਿਸੇ ਤਰ੍ਹਾਂ ਮੁੱਦੇ ਦੇ ਉੱਪਰ ਰਹੇ ਨਾ। ਤੁਹਾਡੇ ਸਾਹਮਣੇ ਹੈ ਸਾਰਾ, ਉਹ ਬਿਆਨ ਨਹੀਂ ਕਰਨਾ ਕਿ ਕਿੰਨਾ 26 ਦਾ ਘਟਨਾਕ੍ਰਮ ਨਹੀਂ, ਉਸ ਤੋਂ ਪਹਿਲਾਂ ਜਿਹੜੇ ਘਟਨਾਕ੍ਰਮ ਬਹੁਤ ਡੂੰਘੇ ਸਨ। ਸਾਨੂੰ NIA ਦੇ ਨੋਟਿਸ, ਜਿਹੜੀ ਐਸੀ ਇੱਕ ਖਤਰਨਾਕ ਏਜੰਸੀ ਹੈ ਜੋ ਉਹਨਾਂ ਲੋਕਾਂ ਦੀ ਪੁੱਛ ਪੜਤਾਲ ਕਰਦੀ ਹੈ ਜਾਂ ਇਨਵੈਸਟੀਗੇਸ਼ਨ ਕਰਦੀ ਹੈ ਜੋ ਵੱਖਵਾਦੀ ਹੁੰਦੇ ਨੇ ਜਾਂ ਅੱਤਵਾਦੀ ਹੁੰਦੇ ਨੇ, ਕਿਸਾਨਾਂ ਦੀ ਨਹੀਂ ਕਰਦੀ। ਉਹ NIA ਏਜੰਸੀ ਨੇ ਇੱਕ ਅਜਿਹੇ ਕੇਸ ਦੇ ਤਹਿਤ, ਜਿਹੜਾ ਕੇਸ 6 ਮਹੀਨੇ ਪਹਿਲਾਂ ਵਿਦੇਸ਼ਾਂ 'ਚ ਬੈਠੇ ਜਿਹੜੇ ਵੱਖਵਾਦੀ ਲੋਕ ਸਨ ਉਹਨਾਂ ਦੇ ਖਿਲਾਫ ਦਰਜ ਹੋਇਆ, ਔਰ ਉਹਦੇ ਵਿੱਚ ਹੀ ਸਾਡੇ ਸਤਿਕਾਰਯੋਗ ਕਿਸਾਨ ਆਗੂਆਂ ਨੂੰ, ਸਤਿਕਾਰਯੋਗ ਡਾਕਟਰ ਸਾਹਿਬਾਨ ਨੂੰ, ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ, ਬੱਸਾਂ ਦੀ ਸੇਵਾ ਕਰਨ ਵਾਲਿਆਂ ਨੂੰ, ਕਲਾਕਾਰਾਂ ਨੂੰ ਤੇ ਹੋਰ ਕਿੰਨੇ ਲੋਕਾਂ ਨੂੰ, ਪੱਤਰਕਾਰਾਂ ਨੂੰ ਉਹਦੇ ਵਿੱਚ ਨੋਟਿਸ ਕੱਢੇ ਧੜਾ ਧੜ ਸਹਿਮ ਫੈਲਾ ਕੇ ਰੱਖ ਦਿੱਤਾ। ਸਾਡੀ ਮੀਟਿੰਗ 'ਚ ਆਉਣਾ ਹਮੇਸ਼ਾ ਮੈਨੂੰ ਪੁੱਛਦੇ, ਆਹ ਦੇਖੋ ਜੀ FIR ਦਰਜ ਹੋਊਗੀ ਸਾਡੇ ਖਿਲਾਫ। ਅਸੀਂ ਪੜ੍ਹਿਆ ਵੀ FIR ਕੋਈ ਨਹੀਂ। ਇਹ ਕਿਸੇ FIR ਦੇ ਜਿਹੜੀ ਪਹਿਲਾਂ ਦਰਜ ਹੋਈ ਉਹਦੇ ਵਿੱਚ ਇੱਕ ਨੋਟਿਸ ਹੈ ਡਰਾਉਣ ਦੇ ਲਈ। ਪੁਲਿਸ ਕਹਿੰਦੇ ਵੀ ਆਓ ਹਾਜ਼ਰ ਹੋ, ਜੇ ਹਾਜ਼ਰ ਹੋ ਗਏ ਤਾਂ ਕੇਸ ਦਰਜ ਕਰਕੇ ਜੇਲ੍ਹ ਦੀ ਕਾਲ ਕੋਠੜੀ ਦੇ ਵਿੱਚ। ਉਹ ਬੜਾ ਸਹਿਮ ਫੈਲਿਆ। ਅਸੀਂ ਸਰਕਾਰ ਨਾਲ ਮੀਟਿੰਗ ਕੀਤੀ। ਮੀਟਿੰਗ ਸਭ ਤੋਂ ਪਹਿਲਾਂ ਹੀ ਉਠਾਇਆ, ਸਰਕਾਰ ਨੇ ਉਸ ਤਰ੍ਹਾਂ ਜਿਸ ਤਰ੍ਹਾਂ ਮਕਾਰੀ ਹੁੰਦੀ ਹੈ, ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਕੋਈ ਨਹੀਂ, ਜਦ ਕਿ ਨੋਟਿਸ ਧੜਾ ਧੜ ਜਾਰੀ ਸਨ। ਜਦੋਂ ਧਿਆਨ ਦੇ ਵਿੱਚ ਆਇਆ, ਅਸੀਂ ਮੀਟਿੰਗ ਕੀਤੀ ਕਿ ਨੋਟਿਸਾਂ ਦਾ ਮੁਕਾਬਲਾ ਸੰਘਰਸ਼ ਕਰਕੇ, ਏਕਤਾ ਕਰਕੇ, ਜੇ ਐਡੇ ਵੱਡੇ ਕਿਸਾਨਾਂ ਨੇ ਮੱਥਾ, ਜਿਹੜੀ ਸਰਕਾਰ ਦਿੱਲੀ ਦੀ ਹੈ ਔਰ ਜਿਹੜੀ ਸਭ ਤੋਂ ਵੱਡੀ ਬਹੁਤ ਸੰਮਤੀ ਦੇ ਨਾਲ ਇੱਕ ਐਡੀ ਹੰਕਾਰੀ ਹੋਈ ਸਰਕਾਰ ਹੈ, ਉਹਦੇ ਖਿਲਾਫ ਮੱਥਾ ਲਾਇਆ, ਤਾਂ ਇਹ ਨੋਟਿਸ ਦਾ ਕੁਝ ਵੀ ਨਹੀਂ। ਅਸੀਂ ਅਗਲੇ ਦਿਨ ਪ੍ਰੈਸ ਦੇ ਵਿੱਚ ਕਿਹਾ ਕਿ ਨੋਟਿਸਾਂ ਦੀ ਪਰਵਾਹ ਨਾ ਕਰੋ, ਕਿਸੇ ਨੇ ਕੋਈ ਹਾਜ਼ਰ ਨਹੀਂ ਹੋਣਾ, ਅਸੀਂ ਕੋਈ ਪਰਵਾਹ ਨਹੀਂ ਕਰਨੀ, ਰੱਦੀ ਟੋਕਰੀ ਸੁੱਟੋ, ਤੇ ਨੋਟਿਸ ਆਉਣੇ ਬੰਦ ਹੋ ਗਏ। ਆਹ ਦੱਸੋ, ਉਸ ਤੋਂ ਬਾਅਦ ਕਿਸੇ ਨੂੰ ਨੋਟਿਸ ਨਹੀਂ ਆਇਆ NIA ਦਾ, ਸਾਰੇ ਬੰਦ ਹੋ ਗਏ ਉੱਥੇ, ਕਿਉਂਕਿ ਟਾਕਰਾ ਕੀਤਾ ਆਪਣੇ ਸੰਘਰਸ਼ ਤੇ ਏਕਤਾ ਦੇ ਨਾਲ। ਸਰਕਾਰ ਨੇ ਬੜੀ ਕੋਸ਼ਿਸ਼ ਕੀਤੀ ਕਿ ਇਸ ਅੰਦੋਲਨ ਨੂੰ ਕਦੇ ਵੱਖਵਾਦੀ ਕਹੀਏ, ਕਦੇ ਖਾਲਿਸਤਾਨੀ ਗਰਦਾਨੀ ਹੈ, ਕਦੇ ਨੈਕਸਲਾਈਟ ਕਹੀਏ, ਕਦੇ ਕਿਹਾ ਜੀ ਕਾਮਰੇਡਾਂ ਨੇ ਹਾਈਜੈਕ ਕਰ ਲਿਆ, ਲਾਲ ਝੰਡੇ ਵਾਲਿਆਂ ਨੇ, ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਮੁੱਦੇ ਤੋਂ ਭਟਕੇ। ਪਰ ਮੁੱਦੇ ਤੋਂ ਭਟਕਿਆ ਨਹੀਂ, ਨਾ ਤੁਸੀਂ ਮੁੱਦੇ ਤੋਂ ਭਟਕੇ, ਨਾ ਪੰਜਾਬ, ਹਰਿਆਣਾ ਔਰ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ ਰਹਿੰਦੇ ਲੋਕ ਮੁੱਦੇ ਤੋਂ ਭਟਕੇ। ਉਹ ਰਹੇ ਕਿ ਪਾਰਟੀਆਂ ਜਿੰਨੀ ਮਰਜ਼ੀ ਹੋਣ, ਧਰਮ ਜਿੰਨੇ ਮਰਜ਼ੀ ਹੋਣ, ਜਾਤਾਂ ਜਿੰਨੀ ਮਰਜ਼ੀ ਹੋਣ, ਪਰ ਅਸੀਂ ਕਿਸਾਨ ਆ ਸਾਰੇ।
ਸਾਰੇ ਕਿਸੇ ਵੀ ਪਾਰਟੀ 'ਚ ਕੰਮ ਕਰਨ ਦੇ ਲੋਕ, ਕਿਸੇ ਵੀ ਧਰਮ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ, ਸਾਰਿਆਂ ਕੋਲ ਜ਼ਮੀਨਾਂ ਨੇ, ਸਾਰੇ ਥੋੜੀ ਜਾਂ ਬਹੁਤੀ ਜ਼ਮੀਨ ਦੇ ਮਾਲਕ ਨੇ। ਇਸ ਤੋਂ ਇਲਾਵਾ ਮਜ਼ਦੂਰ ਭਰਾ ਨੇ ਜਿਹੜੇ ਕਹਿੰਦੇ ਨੇ ਜੀ ਮਜ਼ਦੂਰਾਂ ਨੂੰ ਤੁਸੀਂ ਨਾਲ ਕਿਉਂ ਨਹੀਂ ਲੈਂਦੇ। ਮਜ਼ਦੂਰ ਹੋਣ, ਨੌਜਵਾਨ ਹੋਣ, ਵਿਦਿਆਰਥੀ ਹੋਣ, ਸਮਾਜ ਦਾ ਕੋਈ ਵੀ ਵਰਗ ਹੋਵੇ, ਉਹ ਖੇਤੀਬਾੜੀ ਦੇ ਨਾਲ ਬੰਨਿਆ ਹੋਇਆ ਹੈ। ਜੇ ਖੇਤੀਬਾੜੀ ਨਾ ਹੋਵੇ, ਮੰਦਾ ਪੈ ਜਾਵੇ, ਤਾਂ ਸਾਰੇ ਬਾਜ਼ਾਰਾਂ 'ਚ ਮੰਦਾ ਪੈਂਦਾ ਹੈ, ਕਿਤੇ ਵੀ ਕੁਝ ਨਹੀਂ ਹੁੰਦਾ। ਮੇਰਾ ਖਿਆਲ ਜਨਰੇਟਰ ਚਲਾ ਦਿਓ, ਇੱਕ ਮਿੰਟ ਲਈ ਬਸ, ਆ ਗਈ। ਤਾਂ ਕਿਤੇ ਵੀ ਕੁਝ ਨਹੀਂ ਹੁੰਦਾ। ਇਸ ਲਈ ਉਹ ਸਾਰੇ ਹੀ ਸਾਡੇ ਨਾਲ ਸੀ। ਐਸਾ ਤੁਸੀਂ ਦੇਖੋ ਕੋਈ ਦਿਨ ਨਹੀਂ ਜਦੋਂ ਭਾਵੇਂ ਡਾਕਟਰ ਹੋਣ, ਵਕੀਲ ਹੋਣ, ਨੌਜਵਾਨ ਹੋਣ, ਵਿਦਿਆਰਥੀ ਹੋਣ, ਆਹ ਭੈਣਾਂ ਬੈਠੀਆਂ ਨੇ ਵੱਡੀ ਗਿਣਤੀ ਦੇ ਵਿੱਚ, ਜਦੋਂ ਇੱਥੇ ਹਾਜ਼ਰ ਨਾ ਹੋਣਾ, ਹਾਜ਼ਰੀ ਨਾ ਲਵਾਉਣ। ਇਹਦਾ ਕਾਰਨ ਸਪਸ਼ਟ ਹੈ, ਕਿਉਂਕਿ ਖੇਤੀਬਾੜੀ ਖੇਤਰ ਐਸਾ ਹੈ ਕਿ ਸਾਰੀ ਆਰਥਿਕਤਾ ਇਹਦੇ ਨਾਲ ਬਣੀ ਹੋਈ ਹੈ। ਹਰ ਵਰਗ ਸਮਝਦਾ ਹੈ ਜੇ ਇਹ ਬਰਬਾਦ ਹੋਈ ਤਾਂ ਸਾਰਿਆਂ ਦੀ ਬਰਬਾਦੀ ਹੈ। ਸੋ ਸਰਕਾਰ ਜਿਹੜੀ ਭਟਕਾਉਣਾ ਚਾਹੁੰਦੀ ਸਵਾਲ ਤੇ, ਉਹ ਵੀ ਨਾਕਾਮਯਾਬ ਹੋਈ। ਅੱਜ ਹੋਰ ਸਾਡੇ ਸਾਹਮਣੇ ਹੈ ਕਿ ਖੇਤੀ ਮੁੱਦਿਆਂ ਦੇ ਪਰ ਗੱਲ ਨਾ ਹੋਵੇ, ਇਹਨਾਂ ਨੂੰ ਇੱਕ ਜਾਬਰ ਐਸਾ ਕਰੋ, ਜੇਲ੍ਹਾਂ ਦੇ ਵਿੱਚ ਇਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕਰੋ। ਜਿਹੜੇ ਜੇਲ੍ਹਾਂ 'ਚ ਨਹੀਂ ਗਏ ਉਹਨਾਂ ਦੇ ਉੱਪਰ ਰੋਜ਼ਾਨਾ ਨੋਟਿਸ ਕੱਢੋ, ਤਾਂ ਕਿ ਡਰ ਐਸਾ ਫੈਲੇ ਕਿ ਦੇਖੋ ਜੀ ਅੰਦੋਲਨ ਕਰਕੇ ਹੋ ਰਿਹਾ, ਅਸੀਂ ਤਾਂ ਅੰਦੋਲਨ ਚਾਹੁੰਦੇ ਨਹੀਂ। ਸਾਨੂੰ ਕਈ ਵਾਰੀ ਪੁੱਛ ਲੈਂਦੇ ਨੇ ਕਿ ਨੋਟਿਸ ਆਇਆ ਜੀ, ਅਸੀਂ ਸਿੰਘੂ ਬਾਰਡਰ ਆਈਏ ਕਿ ਨਾ ਆਈਏ, ਕਿ ਸਾਨੂੰ ਕੋਈ ਡਰ ਤਾਂ ਨਹੀਂ ਕੋਈ ਗ੍ਰਿਫਤਾਰ ਕਰੇਗਾ। ਇਹ ਦੂਜਾ ਰਸਤਾ ਹੈ। ਹੁਣ 26 ਤਰੀਕ ਤੋਂ ਬਾਅਦ ਜਿਹੜੀ ਸਾਜ਼ਿਸ਼ ਤੁਸੀਂ ਫੇਲ ਕੀਤੀ, ਸਿੱਖਾਂ ਨੂੰ, ਹਿੰਦੂਆਂ ਨੂੰ, ਦੂਜੇ ਫਿਰਕਿਆਂ ਨੂੰ ਆਪਸ ਦੇ ਫਿਰਕੂ ਪਾੜਾ ਪਾਉਣ ਦੀ, ਪੰਜਾਬ ਤੇ ਹਰਿਆਣੇ ਦੇ ਵਿੱਚ, ਆਹ ਹਰਿਆਣੇ ਦੇ ਸਾਥੀ ਸੀ, ਯੂਪੀ ਵਾਲੇ ਸਾਥੀ ਸੀ, ਇਹ ਤਿਰੰਗਾ ਲੈ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਟਰੈਕਟਰ ਇਕੱਠੇ ਕਰਕੇ ਕਿਉਂ ਇੱਥੇ ਆਏ? ਇਹ ਸੁਨੇਹਾ ਦੇਣ ਆਏ ਕਿ ਪੰਜਾਬ, ਹਰਿਆਣਾ, ਸਿੱਖ, ਹਿੰਦੂ, ਹੋਰ ਵੀ ਜਿਹੜਾ ਫਿਰਕਾ ਹੋਵੇ, ਉਹ ਸਾਰੇ ਇੱਕ ਨੇ, ਉਹਨਾਂ ਦੇ ਕੋਈ ਐਸਾ ਪਾੜਾ ਨਹੀਂ ਜਿਹੜਾ ਸਰਕਾਰ ਪਾਉਣਾ ਚਾਹੁੰਦੀ ਹੈ। ਇਹਨੂੰ ਖੰਡਨ ਕੀਤਾ, ਇਹਦਾ ਫੇਲ ਹੋਇਆ ਸਰਕਾਰ ਦਾ ਹੱਥਕੰਡਾ। ਪਰ ਅੱਜ ਜ਼ਬਰ ਦੇ ਨਾਲ ਸਰਕਾਰ ਤੁਰੀ ਹੋਈ ਹੈ, ਔਰ ਜ਼ਬਰ ਐਸਾ ਹੈ, ਸਾਡੇ ਕਿੰਨੇ ਜਿਹੜੇ ਕਿਸਾਨ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ। ਤੁਹਾਨੂੰ ਪਹਿਲਾਂ ਵੀ ਦੱਸਿਆ 45 ਕਿਸਾਨ ਅੱਜ 15 ਜੇਲ੍ਹ ਦੇ ਵਿੱਚੋਂ ਰਿਹਾ ਹੋਣੇ ਨੇ ਰਾਤ ਨੂੰ 10 ਵਜੇ। ਉਹਨਾਂ ਦੇ ਤਹਿਤ 45 ਕਿਸਾਨ ਜਿਹੜੇ ਬਹੁਤ ਹੀ ਗੰਭੀਰ ਧਾਰਾਵਾਂ ਦੇ ਵਿੱਚ ਜੇਲ੍ਹਾਂ 'ਚ ਬੰਦ ਨੇ, ਉਹ ਜੇਲ੍ਹਾਂ 'ਚੋਂ ਬਾਹਰ ਆ ਜਾਣਗੇ। ਦੂਜਾ ਜਿਹੜੇ ਨੋਟਿਸ ਨੇ, ਅਸੀਂ ਰਸਤੇ ਦੋ ਅਪਣਾਏ ਕਿ ਕਾਨੂੰਨ ਦਾ ਰਸਤਾ ਵੀ ਅਪਣਾਵਾਂਗੇ, ਕਾਨੂੰਨ ਦੇ ਜ਼ਰੀਏ ਵੀ ਸਰਕਾਰ ਦੇ ਝੂਠੇ ਕੇਸਾਂ ਨੂੰ ਮਾਤ ਦੇਣੀ ਹੈ। ਕਿਉਂਕਿ ਜਿੰਨੇ ਝੂਠੇ ਪਰਚੇ ਨੇ, ਜਦੋਂ ਜੱਜਾਂ ਦੇ ਸਾਹਮਣੇ ਜਾਣੇ ਉਹ 'ਚ ਐਵੀਡੈਂਸ ਕੋਈ ਨਹੀਂ, ਉਹ ਸਾਰੀ ਝੂਠੀਆਂ ਸਟੋਰੀਆਂ ਬਣਾ ਕੇ ਖੜਦੇ ਹੀ ਕਿਤੇ ਨਹੀਂ, ਅਦਾਲਤਾਂ ਦੇ ਸਾਹਮਣੇ ਸਾਰੇ ਫੇਲ ਹੋ ਜਾਂਦੇ ਨੇ। ਇਸ ਲਈ ਧੜਾਧੜ ਜ਼ਮਾਨਤਾਂ ਹੋ ਰਹੀਆਂ ਨੇ। ਆਹ ਨੋਟਿਸਾਂ ਦੇ ਬਾਰੇ ਵੀ ਬੜੇ ਆਏ, ਪਹਿਲਾਂ ਤਾਂ ਮੈਂ ਕਹਿੰਦਾ ਰਿਹਾ ਕਿ ਨੋਟਿਸਾਂ ਦੀ ਪਰਵਾਹ ਨਾ ਕਰੋ, ਆਪਣੇ ਪੇਸ਼ ਨਹੀਂ ਹੋਣਾ। ਅਜੇ ਵੀ ਮੇਰਾ ਤੁਹਾਨੂੰ ਕਹਿਣਾ ਹੈ, ਪੰਜਾਬ 'ਚੋਂ ਸਵੇਰ ਦੇ ਮੇਰਾ ਖਿਆਲ ਹੈ 20 ਫੋਨ ਮੈਨੂੰ ਹੁਣ ਤੱਕ ਆ ਚੁੱਕੇ ਨੇ। ਮੈਂ ਕਿਹਾ ਵੀ ਕਿਤੇ ਪੇਸ਼ ਨਹੀਂ ਹੋਣਾ, ਜੇ ਪੇਸ਼ ਹੋਗੇ ਤਾਂ ਝੂਠਾ ਪਰਚਾ ਪਾ ਕੇ ਜੇਲ੍ਹ 'ਚ ਭੇਜਣਗੇ। ਤਾਂ ਅਸੀਂ ਉਹ 3 ਨੋਟਿਸਾਂ ਨੂੰ ਕੋਰਟ 'ਚ ਚੈਲੰਜ ਕੀਤਾ ਸੀ, ਸੈਸ਼ਨ ਜੱਜ ਦੀ ਕੋਰਟ ਦੇ ਵਿੱਚ, ਕਿ ਸਾਨੂੰ ਦੱਸਿਆ ਜਾਏ, ਤੁਸੀਂ ਨੋਟਿਸ ਦੁਬਾਰਾ ਕੱਢ ਦਿਓ, ਸਾਡੇ ਖਿਲਾਫ ਐਲੀਗੇਸ਼ਨ ਕੀ ਹੈ, ਕੀ ਦੋਸ਼ ਹੈ, ਕਿਹੜੀ FIR ਸਾਡੇ ਖਿਲਾਫ ਹੈ। ਉਹ ਕੋਰਟ ਨੇ ਨੋਟਿਸ ਸਟੇ ਕਰ ਦਿੱਤੇ ਨੇ ਅੱਜ ਹੀ ਸਵੇਰੇ, ਕਿ ਇਹਨਾਂ 'ਚ ਕੁਝ ਵੀ ਨਹੀਂ ਹੈ। ਇਸ ਲਈ ਬਹੁਤ ਵੱਡੀ ਗੱਲ ਹੈ। ਮੈਂ ਕਹਿੰਦਾ ਵੀ ਸਰਕਾਰ ਦੇ ਔਰ ਪੁਲਿਸ ਦੇ ਜਿਹੜੇ ਮੂੰਹ ਦੇ ਉੱਪਰ ਚਪੇੜ ਹੈ ਬੜੀ ਵੱਡੀ, ਜਿਹੜੀ ਲੋਕਾਂ ਨੂੰ ਡਰਾ ਰਹੀ ਸੀ, ਇਸ ਲਈ ਡਰ ਖਤਮ ਹੋ ਜਾਣਾ ਚਾਹੀਦਾ ਹੈ। ਇੱਕ ਤਾਂ ਰਸਤਾ ਇਹ ਕਾਨੂੰਨੀ ਹੈ। ਦੇਖੋ, ਕਾਨੂੰਨੀ ਰਸਤਾ ਵੀ ਲੜਾਈ ਲੜਨੀ ਪੈਂਦੀ ਹੈ। ਜਿਵੇਂ ਸੰਘਰਸ਼ ਹੈ, ਕੋਈ ਸੰਘਰਸ਼ ਆਪਾਂ ਨੇ ਗਰਾਊਂਡ 'ਤੇ ਵੀ ਲੜਨਾ ਹੈ ਔਰ ਟੇਬਲ ਟਾਕ 'ਚ ਵੀ ਲੜਨਾ ਹੈ। ਜੇ ਟੇਬਲ ਟਾਕ 'ਚ ਫੇਲ ਹੋ ਜਾਈਏ ਤਾਂ ਮੈਦਾਨ 'ਤੇ ਜਿੱਤੇ ਹੋਏ ਸੰਘਰਸ਼ ਵੀ ਫੇਲ ਹੋ ਜਾਂਦਾ ਕਈ ਵਾਰੀ। ਤਾਂ ਹੀ ਤੁਹਾਨੂੰ ਬੜੀ ਵਾਰੀ ਕਿਹਾ ਕਿ ਜਿੰਨੀ ਵਾਰੀ ਵੀ ਸਰਕਾਰ ਨੇ ਗੱਲ ਕੀਤੀ, ਸਾਡੇ ਸਤਿਕਾਰਯੋਗ ਆਗੂਆਂ ਨੇ ਦਲੀਲ ਦੇ ਕੇ ਇੱਕ ਕਾਨੂੰਨ ਦੇ ਉੱਪਰ ਸਰਕਾਰ ਨੂੰ ਪਛਾੜਿਆ, ਸਰਕਾਰ ਨੂੰ ਲਾਜਵਾਬ ਕੀਤਾ। ਤਾਂ ਇਸ ਲਈ ਇਸ ਤਰ੍ਹਾਂ ਅੱਜ ਅਸੀਂ ਉਹ ਜ਼ਬਰ ਦਾ ਵੀ, ਤੁਸੀਂ ਅਖਬਾਰਾਂ 'ਚ ਪੜ੍ਹਿਆ, ਕੱਲ ਫੈਸਲਾ ਕੀਤਾ ਸੰਯੁਕਤ ਕਿਸਾਨ ਮੋਰਚਾ ਨੇ ਕਿ ਜਿੱਥੇ ਕਾਨੂੰਨ ਦੀ ਪ੍ਰਕਿਰਿਆ ਜਾਰੀ ਹੈ, ਅਸੀਂ ਲੜਾਈ ਲੜ ਰਹੇ ਉਹਦੇ ਖਿਲਾਫ, ਔਰ ਕੋਰਟਾਂ ਇਨਸਾਫ ਵੀ ਦੇ ਰਹੀਆਂ ਨੇ ਕੁਝ ਨਾ ਕੁਝ ਹੱਦ ਤੱਕ ਸਾਨੂੰ, ਪਰ ਇਸ ਦਾ ਟਾਕਰਾ ਅਸੀਂ ਸੰਘਰਸ਼ ਕਰਕੇ ਕਰਨਾ ਹੈ। ਇਸ ਦਾ ਟਾਕਰਾ ਏਕਤਾ ਨਾਲ ਕਰਨਾ ਹੈ, ਆਪਣੀ ਲੜਾਈ ਦੇ ਸਦਕਾ ਕਰਨਾ ਹੈ। 24 ਤਾਰੀਖ ਨੂੰ ਸਾਰੇ ਪੰਜਾਬ, ਹਰਿਆਣੇ 'ਚ, ਸਾਰੇ ਦੇਸ਼ ਦੇ ਅੰਦਰ ਐਲਾਨ ਕੀਤਾ, ਅਖਬਾਰਾਂ 'ਚ ਛਪਿਆ, ਮੀਡੀਆ 'ਚ ਕੱਲ੍ਹ ਆਇਆ ਕਿ ਵੱਡੇ ਇਕੱਠ ਕਰੋ ਜ਼ਿਲ੍ਹਾ ਕੇਂਦਰਾਂ ਦੇ ਉੱਤੇ, ਔਰ ਇੱਕ ਮੈਮੋਰੰਡਮ
होर कोई मंग नहीं रखनी। मंगा 3 रखनियां ने केवल, सारे जेलों 'च बंद किसानों नूं बाहर कड्डो, सारे जिहड़े झूठे परचे ने रद्द करो, सारे जिहड़े नोटिस दे रहे उन्होंने सारे नूं वापस लाओ। चौथी गल ये है, आ जिहड़े बैरीकेड ला रहे हैं, तुसीं सारे देखदे हो रोज़ाना, पहलां सी हुण पक्के कंधा करके बैरीकेड ला जा रहे हैं। हर रोज़ एक रस्ता, असी दिल्ली नूं जाने रात नूं, जदों वापस आईए तो रास्ता बंद, 10 किलोमीटर घूम के दूजे पासे नूं आओ। ये हो की रहा? सरकार का की मंतव है? इस तो मंतव है तुहानूं परेशान करना, तुहानूं हरैस करना, डर पैदा करना ताकि मोर्चा बिखर जाए, या पंजाब तो मोर्चे लोग ना आण। इन्हां 4 चीज़ों के खिलाफ 24 तारीख नूं सारे जिला केंद्रों के सारे देश के अंदर वड्डे धरने मुजाहरे होणगे और डीसीआं नूं मंग पत्र दे के राष्ट्रपति नूं भेजे जाणगे, क्योंकि संविधानक हैड है जिहड़ा साडे देश का वो राष्ट्रपति है। कि सरकार एडा वड्डा जबर बेकसूर बेदोषे लोगों के पर कर रही है, ढा रही है रोजाना, ये पर रोक लाओ और वो परचे सारे रद्द करो। ये वड्डे इकट्ठ करने ने 24 तारीख नूं। अगली गल ये है कि कल पत्रकारों ने पूछा, असी मीटिंग के बाद प्रैस कॉन्फ्रेंस की तो कहन लगे कि जी कैप्टन अमरिंदर सिंह ने जो बयान दिता है कि 2 साल ही असीं रोक लवा दें कानूनों के उपर, थोड़ा कहना की है? मैं कहा 2 साल रोक नहीं, सरकार तो 3 साल भी लाने तैयार सी, अस तो 3 साल भी नहीं मन्ने। साडा तो मुद्दा कानूनों नूं रद्द कराना है कि कानून बने ऐसे ने, जो रोक लग जाए तो रोक लाने तो बाद उस तो बाद फिर लागू हो जान। ये लड़ाई जिहड़ी संसार पद्धर की लड़ाई है, लोग इन्ना तन मन तन नाल परिवार दे परिवार छड्ड के इत्थे बैठे है, तो दोबारा फिर असीं लड़ाई शुरू करांगे। जे कानून गलत ने, तुसीं समझदे हो 3 साल रोक लग गई, तो इहदा मैना भी कानून तो गलत ने ना। तुसीं सोध करना चाहुंदे सी, उहदा मैना स्पष्ट है भी कानून खामी है, गलत ने। जिहड़ा तोमर अजे भी कही जाते भी कानून में तो बताया ही नहीं किसान आगू ने, कहाँ बेस में काला है, तो आप ही कही जाते हैं। वो जे 2-2.5 साल रोक लाण नूं कहंदे ने, तो इहदा मैना भी कानून माड़े ने। जे सुप्रीम कोर्ट तो रोक लवाउंदे ने, उहदा मैना भी ये भी कानून माड़े ने। इसलिए जे कोई माड़ी चीज़ गलत है तो गलती मनो और गलती मन के उसनूं खत्म कर दो। ये क्यों कहते हो कि तुसीं किसानां नूं पुछ के कानून बनाए? 2018 का यूनाइटेड नेशन ऑर्गेनाइजेशन उहदा मता एक बड़ा स्पष्ट, जिहदे साडी सरकार ने साइन किए हुए हैं, वो मता ये कहता है कि जे खेती संबंधी कानून बनाने ने किसी देश ने, तो उन्होंने किसानों की पहला राय ली जाए, नहीं तो कानून गलत होणगे। इसलिए एड्डी वड्डी संस्था अंतरराष्ट्रीय पद्धर की, जिन्हों सारे देश मनते हैं, साडे देश ने उहदे पर साइन किए हुए हैं, उहदी उलंघना करके एडे 3 काले कानून साडे पर ठोस दिते, तो किड्डी घोर बेइंसाफी है। मनुखी अधिकारों की भी उलंघना है, संविधान की भी उलंघना है। इसलिए प्यारे साथियों, ये सारिया चीज़ां कैप्टन अमरिंदर सिंह ने मैं कहा प्रैस के जरिए, मैं कहा भी कानून तो पार्लीमेंट च बने ने और सेंटर गौरमेंट ने बनाए ने। इसलिए मुख्यमंत्री साहब नूं पुछो, जे उन्हों का अधिकार दे विच है कि कानूनों के पर रोक ला सकते हैं, तो वो दस देण। मेरे अनुसार तो पार्लीमेंट का बनाया कानून पार्लीमेंट रद्द कर दी है, या सुप्रीम कोर्ट रद्द कर दी है, या सेंट्रल गौरमेंट को अधिकार है उन्होंने पर रोक लाने का, किसी सूबे के मुख्यमंत्री नूं नहीं है। तो दूजा सवाल उन्हें इस तो बाद किया कि देखो जी 1 महीना हो गया, हुण 1 महीने तो डेडलॉक चल रहा है, नैगोशिएशन हो नहीं रही, और मोदी कहना एक फ़ोन कॉल की दूरी पर है हम, किसान तो गल ही नहीं करते। असी कहा किसान गल करते हैं, 11 गेड़ की गलबात के अंदर किसानों ने कदे गलबात ठुकराई नहीं। एजेंडा सरकार ने तय करना है, कानून असी नहीं बनाए, कानून पार्लीमेंट ने बनाए, मोदी की गौरमेंट ने बनाए। जदों चाहणगे एजेंडा देणगे, टाइम देणगे, डेट देणगे, प्लेस देणगे, तो मीटिंग लिए जावांगे। 11 मीटिंगां च गए हाँ, उहदे लिए जावांगे, जाके बाद लील अपनी गल रखांगे। ये तो है नहीं कि असी जाके विज्ञान भवन बैठ जाइए, कहिए जी असी मीटिंग लिए आ गए, सरकार कहे हमने तो कोई समझ नहीं दिया आपको, तो ये किहो जिहा होया हासो ही नहीं गल। तो प्रैस वाले नूं इहदा भी कोई जवाब नहीं सी। तो अगली गल फिर कहण लगे कि मोर्चा तुसीं ਸਿੰਘੂ लड़ना है कि पंजाब च लड़ना है। ये गल बड़ी महत्वपूर्ण सी, ध्यान नाल सुणिओ, आपां किसी इल्जाम नहीं लाना। जे मोर्चा ਸਿੰਘੂ बार्डर ते जमिया सी 3 महीने पहलां, भीड़ां लगियां सी इत्थे, तो वर्ल्ड दे विच सारे देश एक एक करके
ਸਾਰੀਆਂ ਜਥੇਬੰਦੀਆਂ, ਸਾਰੇ ਪਾਰਲੀਮੈਂਟ ਦੇ ਮੈਂਬਰ ਇੱਕੋ ਆਵਾਜ਼ ਸੀ ਕਿ ਲੋਕ ਬੈਠੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ। BBC ਨੇ ਖਬਰ ਦਿੱਤੀ ਸੀ ਇੱਕ ਕਿ ਸਾਰੇ ਬਾਰਡਰਸ ਦੇ ਉੱਪਰ ਸਿੰਘੂ ਹੈ, ਟਿੱਕਰੀ ਹੈ, ਉਦੋਂ ਸੀ 5 ਬਾਰਡਰ ਦੇ ਉੱਪਰ ਭਰਵੀਂ ਗਿਣਤੀ 'ਚ ਬੈਠੇ ਸੀ। ਉਹ ਕਹਿੰਦੇ 12 ਲੱਖ ਕਿਸਾਨ ਹੈ ਜਿਹੜਾ ਐਜੀਟੇਟ ਕਰ ਰਿਹਾ ਸਾਰੇ ਬਾਰਡਰਸ ਦੇ ਉੱਪਰ। BBC ਨੇ ਖਬਰ ਦਿੱਤੀ ਸੀ, ਜਿਹੜੀ ਖਬਰ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ਔਰ ਭਰੋਸੇਯੋਗ ਹੁੰਦੀ ਹੈ। ਇਸ ਲਈ ਅੱਜ ਹਾਲਤ ਹੈ ਜਿਹੜੀ, ਅੱਜ ਹਾਲਤ ਉਹ ਨਹੀਂ, ਭਾਵੇਂ ਕੰਮ ਦਾ ਟਾਈਮ ਹੈ ਜਾਂ ਕੋਈ ਹੋਰ ਕਾਰਨ ਹੈ। ਪ੍ਰੈਸ ਵਾਲੇ ਪੁੱਛਣਾ ਚਾਹੁੰਦੇ ਸੀ, ਅਸੀਂ ਕਿਤੇ ਆਇਆ ਨਹੀਂ ਵੀ ਲੋਕਾਂ ਨੇ ਕੁਝ ਥੋੜ੍ਹੀ ਜਿਹੀ ਰੋਟੇਸ਼ਨ ਬਣਾਈ ਹੈ, 10 ਜਾਂਦੇ ਨੇ 10 ਆਉਂਦੇ ਨੇ, ਪਰ ਅੱਗੇ ਕੰਮ ਦਾ ਵੀ ਟਾਈਮ ਆਉਣ ਵਾਲਾ ਹੈ। ਇਸ ਲਈ ਇਹ ਮੋਰਚਾ ਜਿਹੜਾ ਸਿੰਘੂ ਹੈ, ਇਹ ਧੁਰਾ ਸਾਡੇ ਸਾਰੇ ਮੋਰਚੇ ਦਾ, ਭਾਵੇਂ ਮੋਰਚੇ ਜਿੰਨੇ ਮਰਜ਼ੀ ਚੱਲਦੇ ਹੋਣ। ਜੇ ਇਹ ਧੁਰਾ ਕਮਜ਼ੋਰ ਹੋਇਆ ਤਾਂ ਸਾਰਾ ਮੋਰਚਾ ਕਮਜ਼ੋਰ ਹੋਏਗਾ। ਜਿੰਨੀ ਹਵਾ ਸੰਸਾਰ ਪੱਧਰ ਤੇ ਬਣੀ ਸੀ ਔਰ ਸਰਕਾਰ ਝੁਕੀ ਸੀ ਇੱਕ ਇੱਕ ਪਲ ਕਰਕੇ, ਤਾਂ ਹੀ ਤਾਂ ਸਰਕਾਰ ਨੇ ਦੜ ਬੱਟੀ 1 ਮਹੀਨੇ ਤੋਂ ਹੁਣ। ਇਸ ਲਈ ਮੇਰੀ ਬੇਨਤੀ ਹੈ ਕਿ ਆਪਾਂ ਨਾ ਬਹੁਤੇ ਇਕੱਠ ਪੰਜਾਬ 'ਚ ਕਰੀਏ, ਨਾ ਹਰਿਆਣੇ 'ਚ ਕਰੀਏ। ਪੰਜਾਬ ਤਾਂ ਹਰਿਆਣਾ ਉਹਦਾ ਸਾਡੇ ਨਾਲ ਇੱਕ ਢਾਲ ਬਣ ਕੇ ਖੜਾ ਹੈ ਸ਼ੁਰੂ ਤੋਂ। ਆਪਾਂ ਇੱਕ ਵਾਰੀ ਇੱਥੇ ਮੀਟਿੰਗ ਕਰਕੇ ਸੱਦਾ ਦਈਏ, ਇੱਕ ਪੰਜਾਬ ਦੇ ਵਿੱਚ ਪੱਤਾ ਨਹੀਂ ਹਿਲਦਾ, ਪੰਜਾਬ 'ਚ ਕਿਸੇ ਸੜਕ 'ਤੇ ਆਵਾਜਾਈ ਨਹੀਂ ਹੁੰਦੀ, ਸਾਰਾ ਬੰਦ ਹੋ ਕੇ ਰਹਿ ਜਾਂਦਾ ਹੈ। ਸਾਨੂੰ ਅੱਜ ਲੋੜ ਕਿੱਥੇ ਹੈ? ਲੋੜ ਆ ਯੂਪੀ ਦੇ ਵਿੱਚ ਹੈ, ਜਿੱਥੇ ਧੱਕਾ ਹੋ ਰਿਹਾ, ਟਕੈਤ ਨਾਲ ਵੀ ਕੀਤਾ। BJP ਦੀ ਸਰਕਾਰ ਹੈ, ਉੱਥੇ ਵੱਡੀਆਂ ਪੰਚਾਇਤਾਂ, ਵੱਡੇ ਇਕੱਠ ਕੀਤੇ ਜਾਣ। ਹੋਰ ਸੂਬਿਆਂ ਦੇ ਵਿੱਚ ਜਿਹੜੇ ਬਾਹਰ ਨੇ ਉਹਨਾਂ 'ਚ ਵੱਡੇ ਇਕੱਠ ਕੀਤੇ ਜਾਣ, ਤਾਂ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਮੋਰਚਿਆਂ ਦੇ ਵਿੱਚ ਆਉਣ। ਜੇ ਵੱਡੀ ਗਿਣਤੀ 'ਚ ਲੋਕ ਮੋਰਚਿਆਂ ਦੇ ਵਿੱਚ ਆਉਣਗੇ ਤਾਂ ਜਲਦੀ, ਮੈਂ ਕਹਿੰਦਾ, ਬਹੁਤ ਵੱਡਾ ਦਬਾਅ ਹੈ ਜਿਹੜਾ ਉਹ ਸਰਕਾਰ 'ਤੇ ਪਊਗਾ ਔਰ ਗੱਲਬਾਤ ਦੇ ਦਰਵਾਜ਼ੇ ਖੁੱਲ੍ਹਣਗੇ। ਅੱਜ ਇਸ ਦੀ ਅਤਿਅੰਤ ਜ਼ਰੂਰਤ ਹੈ ਔਰ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਹੈ ਇਹ ਸਾਰੀ ਗੱਲ ਦੇ ਉੱਪਰ ਵਿਚਾਰ ਕਰਦੇ ਹੋਏ ਕਿ 2-3 ਪ੍ਰੋਗਰਾਮ ਜਿਹੜੇ ਤੁਹਾਡੇ ਸਾਹਮਣੇ ਜਲਦੀ ਆਉਣਗੇ, ਉਹ ਇੱਕ ਦਿਹਾੜੇ ਨੇ ਸਾਡੇ, ਉਹ ਮਨਾਏ ਜਾਣਗੇ। ਉਹ ਪਗੜੀ ਸੰਭਾਲ ਜੱਟਾ ਹੋਵੇ ਜਾਂ ਨੌਜਵਾਨਾਂ ਦਾ 26 ਦਾ ਪ੍ਰੋਗਰਾਮ ਹੋਵੇ, ਗੁਰੂ ਰਵਿਦਾਸ ਦਾ ਜਿਹੜਾ ਜਨਮ ਦਿਹਾੜਾ ਹੋਵੇ 27 ਨੂੰ। ਇਹ ਪ੍ਰੋਗਰਾਮ ਨੇ ਜਿਹਦੇ ਵਿੱਚ ਸੱਦਾ ਦੇਵਾਂਗੇ ਮਜ਼ਦੂਰਾਂ ਨੂੰ, ਨੌਜਵਾਨਾਂ ਨੂੰ, ਵੱਡੀ ਗਿਣਤੀ ਦੇ ਵਿੱਚ ਇੱਥੇ ਆਉਣ। ਪਰ ਇਸ ਤੋਂ ਇਲਾਵਾ ਇਸ ਮੋਰਚੇ ਨੂੰ ਬੁਲੰਦੀਆਂ 'ਤੇ ਲੈ ਕੇ ਜਾਣ ਲਈ, ਜਿਵੇਂ 26 ਤਰੀਕ ਤੋਂ ਪਹਿਲਾਂ ਸੀ, 28 ਤਰੀਕ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਹੰਗਾਮੀ ਮੀਟਿੰਗ ਹੋਵੇਗੀ, ਜਿਹਦੇ ਵਿੱਚ ਸਾਰੇ ਹੀ ਜਿਹੜੇ ਵੱਡੇ ਆ ਛੋਟੇ ਆਗੂ, ਕੋਈ ਗੈਰ ਹਾਜ਼ਰ ਨਹੀਂ ਹੋਏਗਾ। ਕੱਲ੍ਹ ਇਹ ਫੈਸਲਾ ਕੀਤਾ ਹੈ ਕਿ ਜਿਹੜੇ ਆਗੂ ਪੰਜਾਬ, ਹਰਿਆਣਾ, ਯੂਪੀ ਜਾਂ ਕਿਸੇ ਹੋਰ ਆਸੇ-ਪਾਸੇ ਭੱਜੇ ਸਾਰੇ ਫਿਰਦੇ ਨੇ, ਉਹ ਮੋਰਚੇ ਵੱਲ ਧਿਆਨ ਦਿਓ। ਮੋਰਚਾ ਅਹਿਮ ਹੈ। ਜੇ ਸਿੰਘੂ ਤੇ ਇਹਨਾਂ ਮੋਰਚਾ ਦੇ ਮੋਰਚਾ ਵੀਕ ਹੁੰਦਾ ਤਾਂ ਸਰਕਾਰ ਜਿਹੜੀ ਜ਼ਬਰ ਦੇ ਰਾਹ ਪਈ ਹੋਈ ਹੈ, ਜ਼ਬਰ ਦੇ ਰਾਹ ਹੋਰ ਜ਼ਿਆਦਾ ਪਏਗੀ, ਹੋਰ ਜ਼ਿਆਦਾ ਜ਼ਬਰ ਹੋਏਗਾ, ਜ਼ਿਆਦਾ ਪਰਚੇ ਦਰਜ ਹੋਣਗੇ, ਜ਼ਿਆਦਾ ਨੋਟਿਸ ਆਉਣਗੇ, ਜ਼ਿਆਦਾ ਲੋਕਾਂ ਨੂੰ ਜੇਲ੍ਹਾਂ 'ਚ ਭੇਜਣਗੇ। ਜੇ ਰਸਤੇ ਨੂੰ ਰੋਕਣਾ ਹੈ, ਇਸ ਨੂੰ ਨਕੇਲ ਪਾਣੀ ਹੈ, ਤਾਂ ਆਓ 28 ਤਰੀਕ ਨੂੰ ਸਾਰੇ ਜੁੜ ਜੋੜ ਕੇ ਬੈਠੀਏ, ਸਾਰੇ ਛੋਟੇ ਵੱਡੇ ਲੀਡਰ ਆ ਮੋਰਚੇ ਦੀ ਫਿਕਰਮੰਦੀ ਕਰੀਏ ਔਰ ਇੱਕ ਤਕੜਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਸਰਕਾਰ ਨੂੰ ਚੁਕਾਏ ਇਸ ਤੋਂ ਬਾਅਦ, ਕਿਉਂਕਿ 8 ਮਾਰਚ ਦਾ ਸੈਸ਼ਨ ਆ ਰਿਹਾ ਹੈ, ਬੜਾ ਮਹੱਤਵਪੂਰਨ ਹੈ। 8 ਮਾਰਚ ਤੋਂ 20 ਦਿਨ ਜਿਹੜੀ ਪਾਰਲੀਮੈਂਟ ਚੱਲਣੀ ਹੈ, ਉਸ ਤੋਂ ਬਾਅਦ ਪਾਰਲੀਮੈਂਟ ਨਹੀਂ ਚੱਲਣਾ। ਜੇ ਇਹ ਸਮਾਂ ਸੀ ਗਵਾ ਦਿੱਤਾ ਤਾਂ ਇਹ ਫੇਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਣੀ। ਇਸ ਲਈ 8 ਮਾਰਚ ਤੋਂ 20 ਮਾਰਚ ਤੱਕ ਇਹ ਸਮਾਂ, ਜਾਂ ਉਸ ਤੋਂ ਪਹਿਲਾਂ ਇਹ ਸਮਾਂ ਲੜਾਈ ਦਾ ਸਮਾਂ ਹੈ। ਉਸ ਤੋਂ ਬਾਅਦ ਕੰਮ ਸਾਡੇ ਵੀ ਛਿੜ ਜਾਣੇ ਨੇ। 15-20 ਮਾਰਚ ਤੋਂ ਬਾਅਦ ਜਿਹੜੀ ਕਣਕ ਦੀ ਵਾਢੀ, ਹੋਰ ਵਾਢੀਆਂ ਕੰਮ ਸਾਰੇ ਸ਼ੁਰੂ ਹੋਣੇ ਨੇ, ਸਾਰੇ ਨੇ ਕੰਮ ਕਰਨੇ ਨੇ ਆਪਣੇ। ਇਸ ਲਈ ਸਾਰੇ ਸਾਥੀਓ, ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਿਹੜੀਆਂ ਰੋਟੇਸ਼ਨਾਂ ਲਾਈਆਂ, ਰੋਟੇਸ਼ਨਾਂ ਨੂੰ ਵੀ ਘਟਾਓ। ਇੱਕ ਵਾਰੀ ਭੀੜ ਬਣਾਈਏ ਆਪਾਂ ਇੱਥੇ, ਸਾਰਿਆਂ ਨੂੰ ਕਹੋ ਕਿ ਸਾਰੇ ਕੰਮ ਛੱਡ ਕੇ ਵੱਡੀ ਗਿਣਤੀ ਦੇ ਅੰਦਰ ਭੈਣਾਂ ਵੀ, ਨੌਜਵਾਨ ਵੀ, ਤੁਸੀਂ ਵੀ ਸਾਰੇ ਇੱਕ ਵਾਰੀ ਭੀੜਾਂ ਲਾਓ ਇੱਥੇ, ਤਾਂ ਕਿ ਸਰਕਾਰ ਨੂੰ ਪਤਾ ਚੱਲੇ ਕਿ ਅੰਦੋਲਨ ਬੁਲੰਦੀਆਂ 'ਤੇ ਗਿਆ ਔਰ ਇਹ ਜਿਹੜੇ ਲੋਕ ਜਿਹੜੇ ਦੁਬਾਰਾ ਇਕੱਠੇ ਹੋਏ ਨੇ, ਇਹ ਖੇਤੀ ਕਾਨੂੰਨ ਰੱਦ ਕਰਵਾ ਕੇ ਮੁੜਨਗੇ, ਇਸ ਤੋਂ ਬਿਨਾਂ ਮੁੜਨਗੇ ਨਹੀਂ। ਸੋ ਇਹ ਸਮੇਂ ਦੀ ਲੋੜ ਹੈ। ਸਮੇਂ ਦੀ ਨਜ਼ਾਕਤ ਨੂੰ ਪਛਾਣੋ, ਤੁਹਾਡੀ ਲੀਡਰਸ਼ਿਪ ਵੀ ਪਛਾਣੇ, ਤੁਸੀਂ ਵੀ ਪਛਾਣੋ। ਆਓ ਇਕੱਠੇ ਹੋਈਏ। 28 ਤਰੀਕ ਨੂੰ ਮੀਟਿੰਗ ਕਰਕੇ ਜਿਹੜਾ ਸੰਯੁਕਤ ਮੋਰਚਾ ਹੈ, ਇੱਕ ਪ੍ਰੋਗਰਾਮ ਹੈ ਜਿਹੜਾ ਤੁਹਾਡੇ ਸਾਹਮਣੇ ਲੈ ਕੇ ਆਊਗਾ। ਮੈਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਪਹਿਲਾਂ ਪ੍ਰੋਗਰਾਮ ਦਿੱਤੇ, ਉਹਨਾਂ ਪ੍ਰੋਗਰਾਮਾਂ ਨੂੰ ਜਿਹੜੀ ਬਹੁਤ ਵੱਡੀ ਕਾਮਯਾਬੀ, ਉਮੀਦ ਤੋਂ ਜ਼ਿਆਦਾ ਉਹ ਹੋਈ। ਪੰਜਾਬ, ਹਰਿਆਣਾ ਔਰ ਸਾਰੇ ਦੇਸ਼ ਤੋਂ ਬਹੁਤ ਵੱਡਾ ਸਮਰਥਨ ਮਿਲਿਆ। ਇਸ ਲਈ 28 ਤਰੀਕ ਨੂੰ ਵੀ ਮੀਟਿੰਗ ਕਰਕੇ ਜੋ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚਾ ਤੁਹਾਨੂੰ ਦਊਗਾ, ਉਸ ਲਈ ਮੈਨੂੰ ਉਮੀਦ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ, ਬਹੁਤ ਵੱਡੀ ਤਾਦਾਦ ਦੇ ਵਿੱਚ, ਸਾਰੇ ਦੇਸ਼ ਦੇ ਵਿੱਚੋਂ, ਖਾਸ ਕਰਕੇ ਪੰਜਾਬ ਤੇ ਹਰਿਆਣਾ ਜਿਹੜਾ ਇਸ ਸੰਘਰਸ਼ ਦਾ ਧੁਰਾ ਹੈ,
आओ वड्डी गिणती जो भीड़ा ला के इत्थे पहुंचीए और सरकार नूं चुका दईए हफ्ते 10 दिन अंदर खेती कानून रद्द करके MSP ਦੇ ਕਾਨੂੰਨ ਬਣਾ ਕੇ ਆਪਾਂ ਆਪਣੇ ਘਰਾਂ ਨੂੰ ਵਾਪਸ ਜਾਈਏ। ਇੰਨੀ ਬੇਨਤੀ ਕਰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਅਸਲ ਦੇ ਵਿੱਚ ਕੁੰਡਲੀ ਹੈ ਕੀ? ज्योतिष शास्त्र ਵਿੱਚ ਕੁੰਡਲੀ ਦਾ ਸਭ ਤੋਂ ਮਹੱਤਵ ਹੈ। ਬਿਨਾਂ ਕੁੰਡਲੀ ਤੋਂ ਅਸੀਂ ਕਿਸੇ ਦੀ ਪ੍ਰੈਡਿਕਸ਼ਨ ਵਗੈਰਾ ਨਹੀਂ ਕਰ ਸਕਦੇ। ਤੁਸੀਂ ਗੱਲ ਕੀਤੀ ਕਿ ਜਿਹੜੇ ਕੁੰਡਲੀ ਦੇ ਵਿੱਚ 12 ਖਾਨੇ ਹੁੰਦੇ ਨੇ, ਉਹ ਅਲੱਗ-ਅਲੱਗ ਉਹਨਾਂ ਦੇ ਵਿੱਚ ਗ੍ਰਹਿ ਹੁੰਦੇ ਨੇ, ਲਗਨ ਹੁੰਦੇ ਨੇ। ਕਿਸੇ ਵੀ ਖਾਨੇ 'ਚ ਕੋਈ ਵੀ ਗ੍ਰਹਿ ਹੋ ਸਕਦਾ ਹੈ। ਆਪਣੇ 9 ਗ੍ਰਹਿ, ਠੀਕ ਹੈ, 9 ਪਹਿਲੇ ਘਰ 'ਚ ਮੰਗਲ ਵੀ ਹੋ ਸਕਦਾ, ਸ਼ਨੀ ਵੀ ਹੋ ਸਕਦਾ, ਕੋਈ ਗ੍ਰਹਿ ਵੀ ਨਹੀਂ ਹੋ ਸਕਦਾ। ਉਸ ਟਾਈਮ ਦੀ ਪੋਜੀਸ਼ਨ ਦੇਖਦਾ, ਉਸ ਟਾਈਮ ਜੇ ਰਾਸ਼ੀ ਦੇ ਵਿੱਚ ਕਿਹੜਾ ਗ੍ਰਹਿ ਕਿੱਥੇ ਬੈਠਾ, ਉਸ ਟਾਈਮ ਦੀ ਪੋਜੀਸ਼ਨ ਸਾਹਮਣੇ ਕੁੰਡਲੀ ਬਣਦੀ ਹੈ। D5 ਚੈਨਲ ਪੰਜਾਬੀ ਲਿਆ ਰਿਹਾ ਹੈ ਖਾਸ ਪ੍ਰੋਗਰਾਮ ਜੋਤਿਸ਼ ਐਂਡ ਸਾਇੰਸ ਹਰ ਮੰਗਲਵਾਰ ਸਵੇਰੇ 7 ਵਜੇ। ਦੇਖਣਾ ਨਾ ਭੁੱਲਣਾ D5 ਚੈਨਲ ਪੰਜਾਬੀ ਤੇ।